Hello everyone, in this video we will continue our chapter number 3 of class 10th मैथामैटिक्स। जिद्दां कि ਆਪਾਂ ਐਕਸਰਸਾਈਜ਼ ਨੰਬਰ 3.1 ਖਤਮ ਕਰ ਚੁੱਕੇ ਸੀ ਤੇ ਆਪਾਂ ਪਿਛਲੀ ਐਕਸਰਸਾਈਜ਼ ਦੇ ਵਿੱਚ ਪੜ੍ਹ ਕੇ ਆਏ ਸੀ ਅਬਾਊਟ ਦੀ ਇੰਟਰਸੈਕਟਿੰਗ ਕਿ ਲਾਈਨਸ ਇੰਟਰਸੈਕਟ ਗ੍ਰਾਫਿਕਲੀ ਇੰਟਰਸੈਕਟ ਕਿੱਥੇ ਕਰਦੀਆਂ। ਆਪਣੇ ਕੋਲ ਤਿੰਨ ਪੋਸੀਬਿਲਿਟੀ ਸੀ, ਦੈਟ ਵਾਸ ਦੀ ਇੰਟਰਸੈਕਟਿੰਗ, ਕੋਇਨਸਾਈਡ ਐਂਡ ਪੈਰਲਲ। ਠੀਕ ਹੈ, ਤਿੰਨ ਪੋਸੀਬਿਲਿਟੀਜ਼ ਆਪਾਂ ਡਿਸਕਸ ਕਰ ਚੁੱਕੇ ਸੀ। ਹੁਣ ਆਪਾਂ ਇਹਨਾਂ ਦੇ ਸੋਲਿਊਸ਼ਨਸ ਬਾਰੇ ਵੀ ਗੱਲ ਕਰਾਂਗੇ। ਆਪਾਂ ਜਸਟ ਇਕੁਏਸ਼ਨਸ ਦੇਖੀਆਂ ਸੀ ਤੇ ਉਹਨਾਂ ਨੂੰ ਗ੍ਰਾਫਿਕਲੀ ਰਿਪਰੈਜ਼ੈਂਟ ਕਿੱਦਾਂ ਕਰਨਾ, ਦੈਟਸ ਇਟ। ਠੀਕ ਹੈ, ਹੁਣ ਆਪਾਂ ਥੋੜਾ ਇਨ ਡਿਟੇਲ ਹੋਰ ਪੜ੍ਹਦੇ ਹਾਂ ਗ੍ਰਾਫਿਕਲ ਮੈਥਡ ਆਫ ਸੋਲਿਊਸ਼ਨ। ਠੀਕ ਹੈ, ਹੁਣ ਆਪਾਂ ਗ੍ਰਾਫਿਕਲ ਮੈਥਡ ਤੇ ਪਿਛਲੀ ਵਾਰ ਵੀ ਪੜ੍ਹ ਕੇ ਆਏ ਸੀ, ਬਟ ਹੁਣ ਆਪਾਂ ਉਹਨਾਂ ਦੇ ਸੋਲਿਊਸ਼ਨਸ ਨੂੰ ਵੀ ਦੇਖਣਾ। ਆਫ ਸੋਲਿਊਸ਼ਨ ਆਫ ਅ ਪੇਅਰ ਆਫ ਅ ਲੀਨੀਅਰ ਇਕੁਏਸ਼ਨ। ਲੀਨੀਅਰ ਇਕੁਏਸ਼ਨਸ ਦੇ ਬਾਰੇ ਤੇ ਆਪਾਂ ਪੜ੍ਹਦੇ ਹੀ ਪਏ ਸੀ, ਉਹਨਾਂ ਦੇ ਹੁਣ ਆਪਾਂ ਸੋਲਿਊਸ਼ਨਸ ਬਾਰੇ ਧਿਆਨ ਦੇਵਾਂਗੇ। ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜੀ ਐਗਜ਼ਾਮਪਲਸ ਹੈ ਉਹ ਪਿਛਲੇ ਵਾਲੀਆਂ ਹੀ ਇਹਨਾਂ ਨੇ ਯੂਜ਼ ਕੀਤੀਆਂ। ਦੇਖੋ in the situation of example number 1, ठीक है, वो फिगर पिछले वाला ही find out how many rides on the giant wheel Aquila had and how many times she played hoopla। ठीक है, ਇਹ ਉਹੀ ਚੀਜ਼ ਹੈ ਕਿ ਜਿਹੜੀ ਆਪਾਂ ਪਿੱਛੇ ਵੀ ਆਪਾਂ ਦੇਖੀਆਂ ਸੀ, ਉਹੀ ਐਗਜ਼ਾਮਪਲਸ ਜਿਹੜੇ ਨੇ ਐਗਜ਼ੈਕਟਲੀ ਉਹੀ ਲਈਆਂ ਹੋਈਆਂ। ਠੀਕ ਹੈ, ਇਨ ਕੇਸ ਤੁਹਾਨੂੰ ਇਹ ਵੀਡੀਓ 'ਚ ਸਟਾਰਟਿੰਗ 'ਚ ਥੋੜ੍ਹਾ ਜਿਹਾ ਪ੍ਰੋਬਲਮ ਆਊਗੀ, ਇੱਕ ਵਾਰੀ ਪਿਛਲੀ ਵੀਡੀਓ ਦੇਖ ਲਿਓ, ਤੁਹਾਨੂੰ ਕਲੈਰੀਫਾਈ ਹੋ ਜਾਣਾ ਹੈ। ਠੀਕ ਹੈ, ਤਾਂ ਪਿਛਲਾ ਪਾਰਟ ਜਿਹੜਾ ਆਪਾਂ ਐਡ ਆਨ ਕੀਤਾ ਸੀ। ਚਲੋ ਹੁਣ ਆਪਾਂ ਦੇਖਦੇ ਹਾਂ ਇਹਨੂੰ। ਆਪਾਂ ਕੀ ਦੇਖ ਕੇ ਆਏ ਸੀ ਕਿ ਆਪਾਂ ਨੂੰ ਪਹਿਲੀ ਐਗਜ਼ਾਮਪਲ ਸੀ। ਠੀਕ ਹੈ, ਜਿਹੜੀ ਪਹਿਲੀ ਐਗਜ਼ਾਮਪਲ ਸੀ ਉਹਦੇ ਵਿੱਚ ਆਪਾਂ ਨੂੰ ਦੋ ਇਕੁਏਸ਼ਨਸ ਦਿੱਤੀਆਂ ਗਈਆਂ ਸੀ। ਇਕੁਏਸ਼ਨ ਵਰ x-2y ਇਜ਼ ਇਕੁਅਲਸ ਟੂ 0, 3x + 4y ਇਜ਼ ਇਕੁਅਲਸ ਟੂ 20। ਠੀਕ ਹੈ, ਉਹ ਜਾਇੰਟ ਜਿਹੜਾ ਸੀ ਅਕੀਲਾ ਸੀ, ਇੱਕ ਇੰਡੀਵਿਜੂਅਲ ਸੀ, ਉਹਨੇ ਦੋ ਗੇਮਸ ਖੇਡੀਆਂ ਜਿਸ ਜਾ ਕੇ ਆਪਣੇ ਫੇਅਰ 'ਤੇ। ਠੀਕ ਹੈ, ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਸੀ, ਉਹ ਐਗਜ਼ਾਮਪਲ ਵਾਲੀ ਲੈਂਦੇ ਪਏ ਆ। ਇਹਦੇ ਵਿੱਚ ਦੋ ਇਕੁਏਸ਼ਨਸ ਕਿਹੜੀਆਂ ਬਣਦੀਆਂ ਪਈਆਂ ਸੀ, ਦੈਟ ਵਾਸ ਦੀ x-2y ਇਜ਼ ਇਕੁਅਲਸ ਟੂ 0 ਐਂਡ 3x + 4y ਇਜ਼ ਇਕੁਅਲਸ ਟੂ 20। ਲੈਟ ਅਸ ਵੈਰੀਫਾਈ ਐਲਜੈਬਰਿਕਲੀ ਦੈਟ x ਇਜ਼ ਇਕੁਅਲਸ ਟੂ 4। ਅਤੇ ਆਪਾਂ ਇਹ ਵੀ ਚੀਜ਼ ਦੇਖੀ ਸੀ ਕਿ ਉਹਦੇ ਵਿੱਚ ਕਾਮਨ ਪੁਆਇੰਟ ਜਦੋਂ ਉਹਨਾਂ ਨੇ ਇਹਨਾਂ ਦੋਨਾਂ ਤੋਂ ਆਪਾਂ ਗ੍ਰਾਫ ਬਣਾਇਆ ਸੀ। ਠੀਕ ਹੈ, ਜਦੋਂ ਗ੍ਰਾਫ ਬਣਾਇਆ ਸੀ ਤਾਂ ਆਪਣੇ ਤੋਂ ਲਾਈਨਸ ਕੁਛ ਇੱਦਾਂ ਇੰਟਰਸੈਕਟ ਕਰ ਗਈਆਂ ਸੀ। ਇੰਟਰਸੈਕਟ ਕਰਨ ਦੇ ਨਾਲ ਆਪਣੇ ਤੋਂ ਇੱਕ ਪੁਆਇੰਟ ਆਇਆ ਸੀ ਜਿੱਥੇ ਇੰਟਰਸੈਕਟ ਕੀਤੀਆਂ ਸੀ, ਦੈਟ ਵਾਸ ਦੀ 4 ਐਂਡ 2। ਠੀਕ ਹੈ, ਮੈਂ ਅਗੇਨ ਕਹਿੰਦਾ ਪਿਆ, ਅਗਰ ਤੁਹਾਨੂੰ ਇਹ ਸਮਝ ਨਹੀਂ ਹੁੰਦਾ ਪਿਆ ਇੱਥੋਂ ਤੁਸੀਂ ਪਿਛਲੀ ਵੀਡੀਓ ਦੇਖ ਲਿਓ ਤਾਂ ਕਲੈਰੀਫਾਈ ਹੋ ਜਾਣਾ ਹੈ। ਅਤੇ 4 ਐਂਡ 2 ਆਇਆ ਸੀ। ਹੁਣ ਉਹ ਕਹਿੰਦੇ ਪਏ ਸੀ 4 ਐਂਡ 2 ਤੇ ਆਪਾਂ ਗ੍ਰਾਫਿਕਲੀ ਦੇਖ ਲਿਆ ਸੀ, ਬਟ ਆਪਾਂ ਹੁਣ ਐਲਜੈਬਰਿਕਲੀ ਇਹਨੂੰ ਸੋਲਵ ਕਰਕੇ ਦੇਖਦੇ ਹਾਂ। ਐਲਜੈਬਰਿਕਲੀ ਕਿੱਦਾਂ ਕਰਦੇ ਪਏ ਹੋ? ਐਲਜੈਬਰਿਕਲੀ ਆਪਣੇ ਕੋਲ ਸਿੰਪਲ ਵੈਲਿਊ ਪੁੱਟ ਕਰਕੇ ਦੇਖਦੇ ਪਏ ਦੋਨਾਂ ਦੇ ਵਿੱਚ। 4 ਐਂਡ 2 ਦੇਖੋ, ਜਿਹੜੀ x4 ਐਂਡ y2 ਨੂੰ ਇਹਨਾਂ ਨੇ ਪਹਿਲੀ ਇਕੁਏਸ਼ਨ ਦੇ ਵਿੱਚ ਪੁੱਟ ਕਰਕੇ ਦੇਖਿਆ। ਦੇਖੋ 4 - 2 ਐਂਡ 2 4 0, ਇੱਥੇ ਸਹੀ ਆ ਗਿਆ ਬਿਲਕੁਲ। ਇੱਦਾਂ ਹੀ ਸੈਕਿੰਡ ਇਕੁਏਸ਼ਨ ਵਿੱਚ 3, ਇੱਥੇ 12 ਬਣ ਗਿਆ, ਇੱਥੇ ਆਪਣੇ ਤੋਂ 8 ਬਣ ਗਿਆ। 12 + 8 ਦੈਟ ਇਜ਼ 20, ਇਹ ਵੀ ਸਹੀ ਹੋ ਗਿਆ ਆਪਣੇ। ਸੋ ਵੀ ਹੈਵ ਵੈਰੀਫਾਈਡ ਦੈਟ x ਇਜ਼ ਇਕੁਅਲਸ ਟੂ 4 ਐਂਡ y ਇਜ਼ ਇਕੁਅਲਸ ਟੂ 2, ਆਹੀ ਵਾਲਾ ਇਜ਼ ਦਿਸ ਸੋਲਿਊਸ਼ਨ ਆਫ ਬੋਥ ਦੀ ਇਕੁਏਸ਼ਨ ਸਿੰਸ 4 ਐਂਡ 2 ਇਜ਼ ਦੀ ਓਨਲੀ ਕਾਮਨ ਪੁਆਇੰਟ ਔਨ ਦੀ ਬੋਥ ਲਾਈਨ। ਅਤੇ ਆਪਾਂ ਦੇਖ ਕੇ ਆਏ ਸੀ ਕਿ ਦੋਨੇ ਜਦੋਂ ਲਾਈਨ ਇੰਟਰਸੈਕਟ ਕਰਦੀਆਂ ਪਈਆਂ ਸੀ ਤਾਂ ਆਪਣੇ ਤੋਂ ਪੁਆਇੰਟ ਜਿਹੜਾ ਹੁੰਦਾ ਪਿਆ ਸੀ ਉਹ 4 ਐਂਡ 2 ਹੀ ਸੀ। ਮਤਲਬ ਜਿਹੜਾ 4 ਐਂਡ 2 ਹੈ ਇੱਥੇ ਵੀ ਲਾਈ ਕਰਦਾ ਪਿਆ ਸੀ, 4 ਐਂਡ 2 ਇੱਥੇ ਵੀ ਲਾਈ ਕਰਦਾ ਪਿਆ ਸੀ। ਠੀਕ ਹੈ, ਇੱਥੇ ਵੀ, ਸੌਰੀ ਉੱਧਰ ਨਹੀਂ। ਠੀਕ ਹੈ, ਅਤੇ ਇੱਥੋਂ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ। ਓਕੇ, ਹੁਣ ਆਪਾਂ ਦੇਖਦੇ ਹਾਂ ਨੈਕਸਟ। ਹੁਣ ਐਗਜ਼ਾਮਪਲ ਨੰਬਰ 2 ਇਨ ਦਿਸ ਸਿਚੁਏਸ਼ਨ ਆਫ ਐਗਜ਼ਾਮਪਲ ਨੰਬਰ 2 ਕੈਨ ਯੂ ਫਾਈਂਡ ਦਾ ਕੋਸਟ ਆਫ ਦੀ ਈਚ ਪੈਨਸਿਲ। ਹੁਣ ਇਹ ਸੈਕਿੰਡ ਵਾਲੀ ਐਗਜ਼ਾਮਪਲ ਲੈਂਦੇ ਪਏ ਜਿਹਦੇ ਵਿੱਚ ਆਪਾਂ ਕੋਸਟ ਆਫ ਦੀ ਪੈਨਸਿਲ ਐਂਡ ਕੋਸਟ ਆਫ ਦੀ ਇਰੇਜ਼ਰ ਫਾਈਂਡ ਆਊਟ ਕੀਤੀ ਸੀ, ਜਿਹਦੇ ਵਿੱਚ ਮੈਂ ਕਿਹਾ ਵੀ ਸੀ ਤੁਹਾਨੂੰ ਕਿ ਇਹ ਦੋਨੇ ਇਕੁਏਸ਼ਨਸ ਆਲਮੋਸਟ ਸੇਮ ਬਣਦੀਆਂ ਪਈਆਂ, ਬਸ 2 ਨਾਲ ਮਲਟੀਪਲਾਈ ਕੀਤੀ ਹੈ ਥੱਲੇ ਵਾਲੀ ਇਕੁਏਸ਼ਨ। ਦੇਖਿਓ ਕਿੱਦਾਂ ਇੱਥੇ ਸੀ are there any common points on this line from the graph we observe that the every point on the line is a common solution। ਆਪਣੇ ਤੋਂ ਇੱਕ ਇਕੁਏਸ਼ਨਸ ਬਣਦੀਆਂ ਨੇ ਦੋ, that is 2x + 3y is equals to 9, 4x + 6y is equals to 18। ਅਤੇ ਮੈਂ ਇਹਨੂੰ 2 ਨਾਲ ਡਿਵਾਈਡ ਕਰਕੇ ਵੀ ਦਿਖਾਇਆ ਸੀ ਕਿ ਜਦੋਂ ਇਹਨੂੰ 2 ਨਾਲ ਡਿਵਾਈਡ ਕਰਾਂਗੇ ਤਾਂ ਐਗਜ਼ੈਕਟਲੀ ਇਹ ਸੇਮ ਇਕੁਏਸ਼ਨ ਹੀ ਬਣ ਜਾਂਦੀ। ਇਹਨੂੰ ਯਾਦ ਕਰੋ ਤਾਂ ਆਪਾਂ ਇਹਦਾ ਗ੍ਰਾਫ ਕਿੱਦਾਂ ਬਣਾਇਆ ਸੀ। ਇਹਦੇ ਵਿੱਚ ਆਪਣੇ ਤੋਂ ਗ੍ਰਾਫ ਬਣਿਆ ਸੀ ਕੋਇਨਸੀਡੈਂਟ ਗ੍ਰਾਫ। ਕੋਇਨਸੀਡੈਂਟ ਮਤਲਬ ਇੱਕ ਲਾਈਨ, ਇਹ ਲੈਟ ਅਸ ਸਪੋਜ਼ ਦਾ 2x + 3y is equals to 9 ਦੀ ਲਾਈਨ ਹੈ, ਇਹਦੇ ਉੱਪਰ ਹੀ ਜਿਹੜੀ ਦੂਸਰੀ ਲਾਈਨ ਬਣ ਗਈ ਸੀ ਆਪਣੇ ਤੋਂ 4x + 6y is equals to 18 ਵਾਲੀ ਲਾਈਨ ਵੀ ਇਹਦੇ ਉੱਪਰ ਹੀ ਬਣ ਗਈ ਸੀ। ਮਤਲਬ ਲਾਈਨ ਸੀ ਜਿਹੜੀਆਂ ਆਪਣੇ ਕੋਲ ਪੇਅਰ ਆਫ ਲੀਨੀਅਰ ਇਕੁਏਸ਼ਨ ਦਿੱਤਾ ਹੋਇਆ ਦੋਨੇ ਹੀ ਕੋਇਨਸੀਡੈਂਟ ਕਰ ਗਈਆਂ ਸੀ, ਮਤਲਬ ਆਪਸ ਦੇ ਵਿੱਚ ਉੱਪਰ ਥੱਲੇ ਹੋ ਗਈਆਂ ਸੀ। ਹੈਵ ਇਨਫਾਈਨਾਈਟਲੀ ਮੈਨੀ ਸੋਲਿਊਸ਼ਨ। ਠੀਕ ਹੈ, ਇਹਦੇ ਵਿੱਚ ਆਪਣੇ ਤੋਂ ਬਹੁਤ ਸਾਰੇ ਪਤਾ ਲੱਗਦਾ ਪਿਆ ਸੀ ਕਿ ਇਹਨਾਂ ਦੇ ਬਹੁਤ ਸਾਰੇ ਸੋਲਿਊਸ਼ਨਸ ਹੈਗੇ ਆ ਆਪਣੇ ਕੋਲ। ਠੀਕ ਹੈ, ਇਹਦੇ ਵਿੱਚ ਇੱਕ ਸੋਲਿਊਸ਼ਨ ਨਹੀਂ, ਕਿੰਨੇ ਸਾਰੇ ਸੋਲਿਊਸ਼ਨ ਬਣ ਸਕਦੇ ਸੀ ਆਪਣੇ ਕੋਲ, ਕਿਉਂਕਿ ਉਹ ਦੋਨੇ ਆਪਸ ਦੇ ਵਿੱਚ ਲਾਈਨ ਉੱਪਰ ਜਿਹੜੇ ਪੁਆਇੰਟਸ ਫਸਟ ਵਾਲੀ ਇਕੁਏਸ਼ਨ ਨੂੰ ਸੈਟਿਸਫਾਈ ਕਰਨਗੇ ਉਹੀ ਪੁਆਇੰਟਸ ਸੈਕਿੰਡ ਵਾਲੀ ਇਕੁਏਸ਼ਨ ਨੂੰ ਵੀ ਸੈਟਿਸਫਾਈ ਕਰਨਗੇ। ਠੀਕ ਹੈ, ਇਸ ਕਰਕੇ ਦਿਸ ਸ਼ੁੱਡ ਨਾਟ ਸਰਪ੍ਰਾਈਜ਼ ਅਸ ਬਿਕੋਜ਼ ਇਫ ਵੀ ਡਿਵਾਈਡ ਦਾ ਇਕੁਏਸ਼ਨ 4x + 6y is equals to 18/2 we have 2x + 3y is equals to 9। ਇਹ ਮੈਂ ਆਲਰੇਡੀ ਚੀਜ਼ ਕਰਕੇ ਦਿਖਾਤੀ ਸੀ ਲਾਸਟ ਵੀਡੀਓ ਦੇ ਵਿੱਚ ਵੀ। which is the same as the equation number 1। ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਸੇਮ ਸੀ ਇਕੁਏਸ਼ਨ ਨੰਬਰ 1 ਦੇ ਨਾਲ।
ਓਕੇ। ਤੇ ਆਪਾਂ ਇੱਥੋਂ ਕੋਸਟਿੰਗ ਕੱਢ ਲਈ ਸੀ ਇਹਨਾਂ ਦੀ ਕਿੰਨੀ ਕਿੰਨੀ ਹੋਣੀ ਹੈ। ਇਹਦੇ ਵਿੱਚ ਇਨਫਾਈਨਾਈਟ ਮੈਨੀ ਸੋਲਿਊਸ਼ਨਸ ਹੁੰਦਾ ਪਿਆ ਸੀ। ਹੁਣ ਧਿਆਨ ਦੇਣ ਵਾਲੀ ਗੱਲ ਕਿਹੜੀ ਹੈ, ਆਪਾਂ ਇਹਦੇ ਵਿੱਚ ਬੋਲਡ ਕੀ ਕੀਤਾ ਹੋਇਆ ਇਹਨਾਂ ਨੇ ਕਿ ਜਿਹੜੀ ਆਪਾਂ ਫਸਟ ਵਾਲੀ ਐਗਜ਼ਾਮਪਲ ਕੀਤੀ ਸੀ ਉਹਦੇ ਵਿੱਚ ਇੱਕ ਸੋਲਿਊਸ਼ਨ ਆਇਆ ਸੀ, ਮਤਲਬ ਜਦੋਂ ਆਪਣੇ ਤੋਂ ਲਾਈਨਸ ਇੰਟਰਸੈਕਟ ਕਰਦੀਆਂ ਉਹਦੇ ਵਿੱਚ ਆਪਣੇ ਤੋਂ ਇੱਕ ਸੋਲਿਊਸ਼ਨ ਆਇਆ ਸੀ, ਠੀਕ ਹੈ। ਜਦੋਂ ਆਪਣੇ ਤੋਂ ਲਾਈਨਸ ਕੋਇਨਸੀਡੈਂਟ ਕਰਦੀਆਂ ਪਏ ਇੱਕ ਦੂਜੇ ਦੇ ਉੱਪਰ, ਉੱਥੇ ਇਨਫਾਈਨਾਈਟ ਮੈਨੀ ਸੋਲਿਊਸ਼ਨਸ ਹੁੰਦੇ ਪਏ। ਹੁਣ ਇੱਦਾਂ ਹੀ ਥਰਡ ਕੇਸ ਦੇ ਵਿੱਚ ਦੇਖਾਂਗੇ। ਐਂਡ ਥਰਡ ਕੇਸ ਇਜ਼ ਯੋਰ, ਜਿਹਦੇ ਵਿੱਚ ਆਪਾਂ ਨੂੰ ਦੋ ਇਕੁਏਸ਼ਨਸ ਦਿੱਤੀਆਂ ਗਈਆਂ ਸੀ ਤੇ ਉਹਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਚੈੱਕ ਕਰੋ ਇਹਦੀਆਂ ਲਾਈਨ ਕਿੱਦਾਂ ਬਣਦੀਆਂ, ਤੇ ਉਹਦੇ ਵਿੱਚ ਲਾਈਨਸ ਆਪਣੇ ਕਿੱਦਾਂ ਬਣੀਆਂ ਸੀ। ਸਿੰਪਲ ਆਪਾਂ ਨੂੰ ਦੋ ਇਕੁਏਸ਼ਨਸ ਦਿੱਤੀਆਂ ਗਈਆਂ ਸੀ ਤੇ ਆਪਣੇ ਦੇ ਵਿੱਚ ਜਦੋਂ ਆਪਾਂ ਲਾਈਨਸ ਬਣਾਈਆਂ ਤੇ ਦੋ ਆਪਣੇ ਤੋਂ ਪੈਰਲਲ ਲਾਈਨ ਬਣੀਆਂ ਸੀ। ਇੱਥੇ ਬਣਿਆ ਵੀ ਹੋਣਾ ਸ਼ਾਇਦ, ਆ ਰਿਹਾ ਆ ਦੋ ਪੈਰਲਲ ਲਾਈਨ ਬਣੀਆਂ ਸੀ ਤੁਹਾਡੇ ਕੋਲ ਲਾਸਟ ਵਾਲੀ ਐਗਜ਼ਾਮਪਲ ਦੇ ਵਿੱਚ। ਇੱਦਾਂ ਹੀ ਦੋ ਪੈਰਲਲ, ਇਹ ਲਾਈਨਸ ਆਪਸ ਦੇ ਵਿੱਚ ਇੰਟਰਸੈਕਟ ਨਹੀਂ ਕਰਦੀਆਂ ਪਈਆਂ, ਦੋਨੇ ਹੀ ਇੰਟਰਸੈਕਟ ਨਹੀਂ ਕਰਦੀਆਂ ਪਈਆਂ ਤੇ ਇਹਨਾਂ ਦਾ ਕੋਈ ਕਾਮਨ ਪੁਆਇੰਟ ਵੀ ਨਹੀਂ ਹੋਣਾ। ਕਾਮਨ ਪੁਆਇੰਟ ਨਹੀਂ ਤੇ ਇਹਨਾਂ ਦਾ ਕੋਈ ਸੋਲਿਊਸ਼ਨ ਵੀ ਹੈ ਨਹੀਂ ਹੈ, ਠੀਕ ਹੈ। ਇਸ ਕਰਕੇ ਇਹਨਾਂ ਦਾ ਕੋਈ ਸੋਲਿਊਸ਼ਨ ਵੀ ਨਹੀਂ ਐਗਜ਼ਿਸਟ ਕਰਦਾ ਪਿਆ। ਸੋ ਹੁਣ ਕਨਕਲੂਡ ਕੀ ਕੀਤਾ, ਜਦੋਂ ਆਪਾਂ ਦੋ ਲਾਈਨਸ ਇੰਟਰਸੈਕਟ ਕਰਦੀਆਂ, ਜਦੋਂ ਆਪਣੇ ਤੋਂ ਦੋ ਲਾਈਨਸ ਇੰਟਰਸੈਕਟ ਕਰਦੀਆਂ ਉਹਦਾ ਇੱਕ ਸੋਲਿਊਸ਼ਨ ਹੁੰਦਾ ਆਪਣੇ ਤੋਂ, ਠੀਕ ਹੈ। ਜਦੋਂ ਦੋ ਲਾਈਨਸ ਆਪਸ ਦੇ ਵਿੱਚ ਕੋਇਨਸੀਡੈਂਟ ਕਰਦੀਆਂ, ਇਨਫਾਈਨਾਈਟ ਮੈਨੀ ਸੋਲਿਊਸ਼ਨ, ਇਹਦੇ ਬਹੁਤ ਸੋਲਿਊਸ਼ਨ ਆ ਸਕਦੇ, ਜਿੰਨੀਆਂ ਫਸਟ ਇਕੁਏਸ਼ਨ ਦੇ ਸੋਲਿਊਸ਼ਨ ਹੋਣਗੇ ਨੇ ਸੈਕੰਡ ਇਕੁਏਸ਼ਨ ਦੇ। ਜਦੋਂ ਆਪਣੇ ਤੋਂ ਪੈਰਲਲ ਜਾਂਦੀਆਂ ਦੋ ਲਾਈਨਸ, ਉਹਨਾਂ ਦੇ ਨੋ ਸੋਲਿਊਸ਼ਨ, ਠੀਕ ਹੈ। ਯਾਦ ਰੱਖਿਓ ਇਸ ਚੀਜ਼ ਨੂੰ, ਠੀਕ ਹੈ। ਚਲੋ ਹੁਣ ਆਪਾਂ ਚੱਲਦੇ ਅੱਗੇ। ਮੇਨ ਚੀਜ਼ ਹੁਣ ਆਪਾਂ ਪੜ੍ਹਨ ਲੱਗੇ ਹਾਂ, ਅ ਪੇਅਰ ਆਫ ਅ ਲੀਨੀਅਰ ਇਕੁਏਸ਼ਨ ਵਿਚ ਹੈਜ਼ ਨੋ ਸੋਲਿਊਸ਼ਨ, ਠੀਕ ਹੈ। ਆ ਪੇਅਰ ਆਫ ਲੀਨੀਅਰ ਇਕੁਏਸ਼ਨ ਵਿਚ ਹੈਜ਼ ਨੋ ਸੋਲਿਊਸ਼ਨ, ਨੋ ਸੋਲਿਊਸ਼ਨ ਵਾਲਾ ਕਿਹੜਾ ਸੀ, ਪੈਰਲਲ ਵਾਲੀਆਂ, ਪੈਰਲਲ ਵਾਲੇ ਗੱਲ ਕਰਦੇ ਪਏ ਜਿਹੜੀਆਂ ਆਪਸ ਦੇ ਵਿੱਚ ਦੋ ਪੈਰਲਲ ਜਾਂਦੀਆਂ ਪਈਆਂ ਸੀ, ਇਜ਼ ਕਾਲਡ ਐਨ ਇਨਕਨਸਿਸਟੈਂਟ ਪੇਅਰ ਆਫ ਲੀਨੀਅਰ ਇਕੁਏਸ਼ਨ। ਇਹਨਾਂ ਨੂੰ ਆਪਾਂ ਇਨਕਨਸਿਸਟੈਂਟ ਪੇਅਰ ਆਫ ਲੀਨੀਅਰ ਇਕੁਏਸ਼ਨ ਕਹਿੰਦੇ ਪਏ ਆ। ਅ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਵਿਚ ਹੈਜ਼ ਅ ਸੋਲਿਊਸ਼ਨ, ਠੀਕ ਹੈ। ਜਿਹਦੇ ਕੋਲ ਸੋਲਿਊਸ਼ਨ ਨਹੀਂ ਹੈ ਉਹਨੂੰ ਇਨਕਨਸਿਸਟੈਂਟ, ਜਿਹਦੇ ਕੋਲ ਸੋਲਿਊਸ਼ਨ ਹੈ ਉਹਨੂੰ ਆਪਾਂ ਕੰਸਿਸਟੈਂਟ ਪੇਅਰ ਆਫ ਲੀਨੀਅਰ ਇਕੁਏਸ਼ਨ ਕਹਿੰਦੇ ਪਏ। ਮਤਲਬ ਕਿ ਆਹ ਵਾਲਾ ਸਭ ਤੋਂ ਉੱਪਰ ਵਾਲਾ, ਦਿਸ ਵਨ, ਇਹ ਵਾਲਾ ਕੇਸ ਦੇ ਵਿੱਚ, ਤੇ ਸੈਕਿੰਡ ਵਾਲੇ ਕੇਸ ਨੂੰ ਆਪਾਂ ਕੰਸਿਸਟੈਂਟ ਕਵਾਂਗੇ, ਠੀਕ ਹੈ। ਤੇ ਜਿਹੜਾ ਆਪਣੇ ਤੋਂ ਸਭ ਤੋਂ ਲਾਸਟ ਵਿੱਚ ਆ ਜਿਹੜਾ ਨੋ ਸੋਲਿਊਸ਼ਨ ਵਾਲਾ ਕੇਸ ਸੀ, ਦੈਟ ਇਜ਼ ਦਿਸ ਵਨ, ਆਹ ਵਾਲਾ ਕੇਸ, ਠੀਕ ਹੈ। ਤੇ ਇਨਕਨਸਿਸਟੈਂਟ ਕਵਾਂਗੇ ਇਹਨੂੰ ਆਪਾਂ। ਇਹਨਾਂ ਨੂੰ ਯਾਦ ਰੱਖਿਓ, ਕੰਸਿਸਟੈਂਟ ਐਂਡ ਇਨਕਨਸਿਸਟੈਂਟ ਅੱਗੇ ਜਾ ਕੇ ਟਰਮਸ ਆਪਾਂ ਯੂਜ਼ ਕਰਨੀਆਂ। ਕੰਸਿਸਟੈਂਟ ਕਿਹੜਾ ਆ, ਜਿੱਥੇ ਸੋਲਿਊਸ਼ਨ ਮਿਲਦਾ ਪਿਆ, ਭਾਵੇਂ ਇੱਕ ਸੋਲਿਊਸ਼ਨ ਮਿਲਦਾ ਪਿਆ ਭਾਵੇਂ ਜ਼ਿਆਦਾ ਸੋਲਿਊਸ਼ਨ ਮਿਲਦੇ, ਉਹਨੂੰ ਆਪਾਂ ਕੰਸਿਸਟੈਂਟ ਕਹਿੰਦੇ ਪਏ ਆ। ਜਿੱਥੇ ਸੋਲਿਊਸ਼ਨ ਮਿਲਦਾ ਉਹਨੂੰ ਕੰਸਿਸਟੈਂਟ, ਜਿੱਥੇ ਕੋਈ ਵੀ ਸੋਲਿਊਸ਼ਨ ਨਹੀਂ ਮਿਲਦਾ ਉਹਨੂੰ ਇਨਕਨਸਿਸਟੈਂਟ, ਠੀਕ ਹੈ। ਇੰਨਾ ਸਮਝ ਆ ਚੁੱਕਾ ਆਪਾਂ ਨੂੰ, ਠੀਕ ਹੈ। ਚਲੋ ਨੈਕਸਟ ਪੇਜ ਦੇ ਉੱਪਰ ਚੱਲਦੇ। ਨੈਕਸਟ ਪੇਜ ਇਜ਼ ਯੋਰ ਦ ਲਾਈਨਸ ਮੇ ਇੰਟਰਸੈਕਟ ਇਨ ਈਚ ਸਿੰਗਲ ਪੁਆਇੰਟ, ਠੀਕ ਹੈ। ਇਹਨਾਂ ਨੇ ਥੋੜਾ ਬਰੀਫਿੰਗ ਕਰ ਦਿੱਤੀ ਹੈ ਪੁਆਇੰਟਸ ਬਣਾ ਕੇ। ਉਹਨੂੰ ਕੰਸਿਸਟੈਂਟ ਪੇਅਰ ਆਫ ਇਕੁਏਸ਼ਨ ਕਹਿੰਦੇ, ਇਨਕਨਸਿਸਟੈਂਟ ਜਿਹਦੇ ਵਿੱਚ ਪੈਰਲਲ ਹੁੰਦੇ, ਬਸ ਇਹਨੂੰ ਵੀ ਕੰਸਿਸਟੈਂਟ, ਡਿਪੈਂਡੈਂਟਸ ਕੰਸਿਸਟੈਂਟ ਕਹਿੰਦੇ। ਬਸ ਤੁਸੀਂ ਕੰਸਿਸਟੈਂਟ ਹੀ ਲੈ ਕੇ ਚੱਲਣਾ, ਇਹਨਾਂ ਆਪਾਂ ਡਿਟੇਲਿੰਗ 'ਚ ਨਹੀਂ ਜਾਵਾਂਗੇ। ਓਕੇ, ਆਹ ਦੋ ਇਕੁਏਸ਼ਨ ਸੀ ਉਹੀ ਵਾਲੀਆਂ, ਫਸਟ ਐਗਜ਼ਾਮਪਲ ਦੀ ਆਹ ਇਕੁਏਸ਼ਨ, ਸੈਕੰਡ ਐਗਜ਼ਾਮਪਲ ਦੀਆਂ ਸੀ, ਥਰਡ ਦੀਆਂ ਇਹ ਸੀ। ਹੁਣ ਦੇਖੋ ਇਹ ਤੇ ਆਪਾਂ ਦੇਖ ਲਿਆ ਸੀ ਕਿ ਗ੍ਰਾਫਿਕਲੀ ਆਪਾਂ ਜਦੋਂ ਉਹਨੂੰ ਗ੍ਰਾਫ ਤੇ ਬਣਾਇਆ, ਜਦੋਂ ਇੰਟਰਸੈਕਟ ਕਰ ਗਈਆਂ ਤੇ ਵਨ ਸੋਲਿਊਸ਼ਨ, ਜਦੋਂ ਉਹ ਕੋਇਨਸੀਡੈਂਟ ਹੋ ਗਈਆਂ ਤੇ ਯੂਨੀਕ ਮੈਨੀ ਸੋਲਿਊਸ਼ਨਸ, ਠੀਕ ਹੈ। ਉਹਦੇ ਬਹੁਤ ਸਾਰੇ ਸੋਲਿਊਸ਼ਨ ਸੀ। ਜਦੋਂ ਆਪਣੇ ਤੋਂ ਪੈਰਲਲ ਚਲ ਗਈਆਂ ਤੇ ਨੋ ਸੋਲਿਊਸ਼ਨ ਕਹਿ ਦਿੱਤਾ ਸੀ। ਪਰ ਆਪਾਂ ਉਹਨੂੰ ਗ੍ਰਾਫ ਬਣਾਉਣ ਤੋਂ ਬਿਨਾਂ ਵੀ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਉਹ ਉਹਦੇ ਇੰਸੀਡੈਂਟ ਇੱਕ ਸੋਲਿਊਸ਼ਨ ਆਊਗਾ, ਮੈਨੀ ਸੋਲਿਊਸ਼ਨਸ ਹੋਣਗੇ ਕਿ ਨਿਊ ਸੋਲਿਊਸ਼ਨ ਆਊਗਾ। ਉਹ ਕਿੱਦਾਂ, ਆਪਾਂ ਕੀ ਕਰਨਾ, ਸਿੰਪਲ ਦੋ ਇਕੁਏਸ਼ਨਸ ਲੈਣੀਆਂ, ਉਹੀ ਐਗਜ਼ਾਮਪਲਸ ਲੈਂਦੇ ਪਏ। ਦੇਖੋ x - 2y = 0, 3x + 4y - 20 = 0, ਉਹੀ ਵਾਲੀ ਐਗਜ਼ਾਮਪਲਸ ਲਈਆਂ ਇਹਨਾਂ ਨੇ ਦੁਬਾਰਾ। ਇਹਨਾਂ ਨੂੰ ਲੈ ਕੇ ਆਹ ਵਾਲੀ ਦੋ, ਠੀਕ ਹੈ, a1/a2 ਕਰਤਾ। a1 ਉਹੀ ਇਕੁਏਸ਼ਨ ਯਾਦ ਰੱਖਿਓ ਹਮੇਸ਼ਾ, ax² + by ਲੈ ਲੈਂਦੇ ਪਲੱਸ c = 0, ਠੀਕ ਹੈ। a ਕੀ ਆਪਣੇ ਤੋਂ ਦਿਸ ਵਨ, ਇਹਦਾ a ਦਾ 1 ਹੈ, ਓਕੇ। ਇੱਧਰ a 3, ਇੱਧਰ 3 ਹੈ, ਠੀਕ ਹੈ। b ਕਿੱਧਰ -2, b ਕਿੱਧਰ -4, ਓਕੇ। ਇੱਧਰ c ਕੀ ਆਪਣੇ 0, c 0, ਇੱਧਰ c ਕੀ ਹੈ -20, ਇੱਧਰ ਵੀ -20। ਧਿਆਨ ਰੱਖਿਓ ਇਸ ਚੀਜ਼ ਦਾ, ਓਕੇ। ਤੇ ਜਦੋਂ ਆਪਣੇ ਕੋਲ a1/a2, ਠੀਕ ਹੈ, ਜਦੋਂ ਉਹਨੂੰ ਇਜ਼ ਨਾਟ ਇਕੁਅਲ ਟੂ b1/b2, ਠੀਕ ਹੈ। a1/a2 ਨਾਟ ਇਕੁਅਲ ਟੂ b1/b2, ਦੈਟ ਇਜ਼ ਯੋਰ ਇੰਟਰਸੈਕਟਿੰਗ ਲਾਈਨ, ਇਹਦਾ ਇੱਕ ਸੋਲਿਊਸ਼ਨ ਹੋਊਗਾ। ਇੱਦਾਂ ਹੀ ਸੈਕਿੰਡ ਇਕੁਏਸ਼ਨ ਜਿਹੜੀ ਆਪਾਂ ਸੈਕਿੰਡ ਐਗਜ਼ਾਮਪਲ ਵਾਲੀਆਂ ਇਕੁਏਸ਼ਨਸ ਲਈਆਂ, ਇਹਦੇ ਵਿੱਚ ਜਦੋਂ a1/a2 b1/b2 c1/c2 ਕੀਤਾ, ਤੇ ਇਹਦੇ ਵਿੱਚ ਜਦੋਂ a1/a2 = b1/b2 = c1/c2, ਇੱਥੇ ਕੋਇਨਸੀਡੈਂਟ ਲਾਈਨਸ ਹੋਣਗੀਆਂ ਕਿਉਂਕਿ ਇਹ ਸੇਮ ਹੋਣਗੀਆਂ ਆਪਣੇ ਤੋਂ, ਠੀਕ ਹੈ। ਸਾਰੇ ਇਕੁਅਲ ਆ ਜਾਣਗੇ ਆਪਣੇ ਤੋਂ, ਇੱਥੇ ਆਪਣੇ ਤੋਂ ਇਨਫਾਈਨਾਈਟ ਮੈਨੀ ਸੋਲਿਊਸ਼ਨਸ ਬਣ ਕੇ ਜਾਣਗੇ। ਜਦੋਂ ਆਪਣੇ ਕੋਲ a1/a2 ਤੇ b1/b2 ਇਕੁਅਲ ਹੈ ਬਟ ਨਾਟ ਇਕੁਅਲ ਟੂ c1/c2 ਹੈ,
ओके दैट इज़ योर पैरेलल लाइन्स इज़ नो सोल्यूशन ठीक है उत्थे आपां नो सोल्यूशन करना ये तुहानूं याद रखने पैने हैं ओके ये तुहानूं याद करने पैने कि आपां ग्राफ तो बिना भी किद्दां उन्हां नूं रिप्रजेंट कर सकते हैं ओके इत्थे तक समझ आ गया चलो हुण आपां चलदे हैं क्वेश्चन दे उपर ਜਿਹੜੀਆਂ एग्जाम्पल्स है वो मैं असाइनमेंट विच ऐड कर दूँगा सो दैट कि तुसीं उन्हां नूं खुद परफॉर्म कर सको मैं क्वेश्चन है ਜਿਹੜੇ ਉਹ ਕਰਵਾ ਦੇਣਾ सो दैट कि ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਊਗੀ ਉਹ ਮੈਂ ਕੀਤੇ ਹੋਣਗੇ ਐਗਜ਼ਾਮਪਲ ਦੇ ਵਿੱਚ ਪ੍ਰੋਬਲਮ ਆਊਗੀ ਤੁਸੀਂ ਉੱਥੋਂ ਦੇਖ ਕੇ ਵੀ ਥੋੜਾ ਬਹੁਤ ਠੀਕ ਕਰ ਸਕਦੇ ਆ ਜਾਂ ਮੈਨੂੰ ਵੀ ਪੁੱਛ ਸਕਦੇ ਠੀਕ ਹੈ ਇਸ ਕਰਕੇ ਆਪਾਂ ਸਿੱਧੇ ਕੁਐਸਚਨਸ ਦੇ ਉੱਪਰ ਚੱਲਦੇ ਐਕਸਰਸਾਈਜ਼ ਨੰਬਰ 3.2 ਠੀਕ ਹੈ ਫਰਸਟ ਕੁਐਸਚਨ ਇਜ਼ योर ਫਾਰਮ ਦਾ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ ਦੀ ਫੋਲੋਇੰਗ ਪ੍ਰੋਬਲਮਸ एंड फाइंड देयर सोल्यूशन ग्राफिकली ठीक है ਆਪਾਂ ਨੂੰ ग्राफिकली सोल्यूशन फाइंड आउट करना हजे फॉर्मूला यूज़ नहीं करना a1/a2 b1/b2 एंड c1/c2 वाला फॉर्मूला नहीं यूज़ करना हजे ਆਪਾਂ ग्राफिकली क्वेश्चन ਨੂੰ सॉल्व करना पहला क्वेश्चन देखते हैं चलो 10 स्टूडेंट्स ऑफ क्लास 10th took part in a mathematics quiz if the number of girls is 4 more than the number of boys find the number of boys and girls who took part in the quiz बड़ा easy क्वेश्चन है देखो पहली चीज़ उन्होंने की क्या टोटल नंबर स्टूडेंट कितने सी 10 स्टूडेंट्स ने पार्टिसिपेट किया आप की कहने लेट एक्स बी दी नंबर ऑफ गर्ल्स एंड वाई बी द नंबर ऑफ बॉयज़ ये आप मान लेने ठीक है एक्स कुड़ियाँ ते वाई मुंडे है ओके इन्होंने आप सैमी कॉलम के ऐड कर देने टोटल बच्चे किन्ने क्या सी एक्स प्लस वाई किन्ने सी तुहाडे तो 10 फर्स्ट केस आ गया खुद ही क्या सी 10 स्टूडेंट ऑफ क्लास 10th टुक पार्ट इन द मैथमैटिक क्विज दे विच उन्होंने 10 बच्चों ने पार्टिसिपेट किया तो बाद विच नैक्सट कंडीशन उन्होंने की दी सी इफ द नंबर ऑफ द गर्ल्स इज़ 4 मोर दैन द नंबर ऑफ द बॉयज़ ठीक है जिहड़े बॉयज़ नालों गर्ल्स 4 ज़्यादा आ ठीक है देखो ध्यान नाल कुड़ियाँ सी एक्स ठीक है कुड़ियाँ कितनियाँ ज़्यादा आ बॉयज़ नालों 4 ज़्यादा ठीक है वो 4 ज़्यादा बॉय जी गर्ल सी एक्स बॉय सी वाई ठीक है दोने इक्वल करके गर्ल्स उन्होंने कहता सी कितनियाँ ज़्यादा 4 इस करके बॉयज़ के 4 ऐड कर देने दोनों इक्वेट हो जाएंगे ठीक है इतों हुण तुसीं इन्हां नूं सॉर्ट आउट करना चलो पहली इक्वेशन सॉर्ट आउट कर दें फर्स्ट वन इज़ योर एक्स प्लस वाई इज़ इक्वल्स टू 10 ओके एक्स नूं अगर मैं 0 पुट कर दिना वाई कितना आ जाना तुहाडे कोल 10 सीधे पता लगता पे अगर आपां वाई नूं 0 पुट करता तो एक्स कितना आ जाना तुहाडे कोल 10 दो बन गए अपने तो 2 पॉइंट चाहिए सी वो बन गए अपने तो ठीक है इदां ही आपां नैक्सट चलते इक्वेशन की सी अपने तो दैट इज़ एक्स इज़ इक्वल्स टू वाई प्लस 4 थोड़ा पहले ठीक कर लेने एक्स माइनस वाई इज़ इक्वल्स टू 4 लिख सकते अगर एक्स इज़ इक्वल्स टू 0 पुट करता दैट विल बी इक्वल्स टू -4 इज़ इक्वल्स टू 4 तेनों मैं लिख सकता हाँ वाई इज़ इक्वल्स टू -4 ठीक है जो मैं वाई नूं 0 पुट करता तो एक्स विल बी इक्वल्स टू 4 ये बन गए अपने तो हुण इनू ग्राफिकली रिप्रजेंट करते हैं ओके फर्स्ट पॉइंट की सी एक्स इज़ इक्वल्स टू इत्थे आपां लिख लैने पॉइंट्स एक्स इज़ इक्वल्स टू 0 एंड वाई इज़ इक्वल्स टू 10 ठीक है एक्स इज़ इक्वल्स टू 0 ठीक है 0 तो अपना इत्थे मैंशन आऊगा इत्थे वाई इज़ इक्वल्स टू 10 दैट विल बी इक्वल्स टू इत्थे आ वाला पॉइंट है अपना ओके जिथे मैं मार्क करता पाया तो मैं मार्क कर देना दैट इज़ दिस पॉइंट ए पॉइंट है अपने तो ठीक है इदां ही आपां दूसरा पॉइंट देखते दैट वॉज योर वाई इज़ इक्वल्स टू 0 एंड एक्स इज़ इक्वल्स टू 10 इत्थे 0 ठीक है एक्स इज इक्वल टू 10 मतलब आ वाला पॉइंट ए वाले पॉइंट की गल कर दे दिस वन ओके चलो इदा ही नैक्सट देखते हैं दैट इज़ योर एक्स इज इक्वल टू 0 वाई इज इक्वल टू -4 इन्हें मैं अलग कलर ना मार्क कर देना 0 तो अपना इत्थे ही आऊगा ठीक है वाई इज इक्वल टू -4 आ वाला पॉइंट ओके नेक्स्ट इज वाई इज इक्वल टू 0 एक्स इज इक्वल टू 4 वाई इज इक्वल टू 0 तो इत्थे ही आऊगा एक्स इज इक्वल टू 4 आ वाला पॉइंट ज्वाइन कर दिए लाइन्स नूं परफेक्टली लाइन ज्वाइन नहीं है थोड़ा जा ऊपर थले हो सकता सो थोड़ा जा एडजस्ट कर लियो
ਆਪਾਂ ਨੂੰ ਦੇਖ ਕੇ ਪਤਾ ਲੱਗਦਾ ਪਿਆ ਕਿ ਲਾਈਨ ਜਿਹੜੀਆਂ ਜੁਆਇਨ ਕਰਦੀਆਂ ਪਈਆਂ, ਕਿਹੜੇ ਪੁਆਇੰਟ ਤੇ ਜੁਆਇਨ ਕਰਦੀਆਂ ਪਈਆਂ, ਦੈਟ ਇਜ਼ ਯੋਰ ਦਿਸ ਵਨ, ਇਹ ਵਾਲੇ ਪੁਆਇੰਟ ਤੇ ਜੁਆਇਨ ਕਰਦੀਆਂ। ਓਕੇ, ਇਹ ਪੁਆਇੰਟ ਕਿਹੜਾ ਆਪਣੇ ਤੋਂ ਧਿਆਨ ਨਾਲ ਦੇਖੀ ਤੇ ਇੱਥੇ ਹੈਗਾ 7, ਠੀਕ ਹੈ, x ਤੇ ਆਪਣੇ ਕੋਲ 7 ਆ ਗਿਆ, y ਕਿੰਨਾ ਜਾਂਦਾ ਪਿਆ 3, ਠੀਕ ਹੈ, ਪੁਆਇੰਟ ਆਪਣੇ ਤੋਂ ਹੁੰਦਾ ਪਿਆ x ਹੈਗਾ 7, y ਇਜ਼ ਇਕੁਅਲਸ ਟੂ 3, ਇਹ ਵਾਲਾ ਪੁਆਇੰਟ ਇੱਥੇ ਕੋਇਨਸੀਡੈਂਟ ਕਰਦਾ ਪਿਆ। ਹੁਣ ਇਹ ਪੁਆਇੰਟ ਆ ਗਿਆ, ਇੰਟਰਸੈਕਟਿੰਗ ਪੁਆਇੰਟ ਆ ਗਿਆ ਆਪਣੇ ਤੋਂ, ਆਪਾਂ ਇੱਥੇ ਲਿਖ ਲੈਂਦੇ ਲਾਈਨਸ intersect at the point 7 and 3, ਠੀਕ ਹੈ, 7 and 3 ਤੇ ਇੰਟਰਸੈਕਟ ਕਰਦੀਆਂ ਪਈਆਂ, 7 and 3 ਤੇ ਇੰਟਰਸੈਕਟ ਕਰਕੇ ਆਪਾਂ ਅੱਗੇ ਦੇਖਦੇ, ਉਹਨਾਂ ਨੇ ਪੁੱਛਿਆ ਕੀ ਸੀ, ਫਾਈਂਡ देयर ਸੋਲਿਊਸ਼ਨ ਗ੍ਰਾਫਿਕਲੀ, ਠੀਕ ਹੈ, ਉਹਨਾਂ ਨੇ ਇਹੀ ਪੁੱਛਿਆ ਸੀ ਗ੍ਰਾਫਿਕਲੀ ਸੋਲਿਊਸ਼ਨ, ਬਾਈ ਦੈਟਸ ਇੰਨਾ ਹੀ ਕੁਐਸਚਨ ਕਰਨਾ, ਇਸ ਤੋਂ ਜ਼ਿਆਦਾ ਆਪਾਂ ਕਰਨ ਦੀ ਲੋੜ ਹੀ ਨਹੀਂ ਹੈ। ਇੱਦਾਂ ਹੀ ਸੈਕਿੰਡ ਕੁਐਸਚਨ ਹੋ ਜਾਊਗਾ, ਸੈਕਿੰਡ ਕੁਐਸਚਨ ਤੇ ਕਾਫੀ ਈਜ਼ੀ ਹੈ, 5 ਪੈਨਸਿਲਸ ਆਪਾਂ ਨੂੰ ਕਿਹਾ ਹੈ, 5 ਪੈਨਸਿਲਸ ਐਂਡ 7 ਪੈਨਸ ₹50, 7 ਪੈਨਸਿਲਸ ਐਂਡ 5 ਪੈਨਸ 46, ਠੀਕ ਹੈ, ਸਿੱਧੇ x ਐਂਡ y ਲੈ ਕੇ ਤੁਹਾਨੂੰ ਪਤਾ ਤੁਸੀਂ ਕਿੱਦਾਂ ਸੋਲਵ ਆਊਟ ਕਰਨਾ ਹੈ, ਹੋ ਜਾਊਗਾ ਨੈਕਸਟ ਕੁਐਸਚਨ, ਠੀਕ ਹੈ, ਬੀ ਪਾਰਟ ਆਪਣੇ ਤੋਂ ਸੋਲਵ ਹੋ ਜਾਊਗਾ। ਚਲੋ ਹੁਣ ਚੱਲਦੇ ਆਪਾਂ ਸੈਕਿੰਡ ਕੁਐਸਚਨ ਦੇ ਉੱਪਰ, ਔਨ ਕੰਪੇਅਰਿੰਗ ਦੀ ਰੇਸ਼ੀਓਜ਼ a1/a2 b1/b2 c1/c2 ਫਾਈਂਡ ਆਊਟ ਵੈਦਰ ਦ ਲਾਈਨਸ ਰਿਪਰੈਜ਼ੈਂਟ ਦੀ ਫੋਲੋਇੰਗ ਪੇਅਰਸ ਆਫ ਲੀਨੀਅਰ ਇਕੁਏਸ਼ਨ ਇੰਟਰਸੈਕਟ ਐਟ ਅ ਪੁਆਇੰਟ ਆਰ ਪੈਰਲਲ ਔਰ ਅ ਕੋਇਨਸੀਡੈਂਸ। ਕੁਛ ਨਹੀਂ ਕਰਨਾ, ਉਹਨਾਂ ਨੇ ਸਿੰਪਲ ਕਿਹਾ ਆ ਕਿ ਗ੍ਰਾਫਿਕਲੀ ਰਿਪਰੈਜ਼ੈਂਟ ਨਹੀਂ ਕਰਨਾ, ਹੁਣ ਆਪਾਂ a1/a2 b1/b2 c1/c2 ਕਰਕੇ ਆਪਾਂ ਦੇਖਣਾ ਕਿ ਉਹ ਆਪਣੇ ਤੋਂ ਕਿ ਇੰਟਰਸੈਕਟ ਪੁਆਇੰਟ ਤੇ ਕਰਦੇ ਪਏ, ਪੈਰਲਲ ਹੈ ਜਾਂ ਕੋਇਨਸੀਡੈਂਟ ਹੈ। ਚਲੋ ਪਹਿਲੀ ਇਕੁਏਸ਼ਨ ਦਾ ਹੀ ਕਰ ਲੈਂਦੇ, 5x minus 4y plus 8 is equals to 0, 7x plus 6y minus 9 is equals to 0। ਹੁਣ ਦੇਖੋ ਇੱਥੇ ਕਨਫਿਊਜ਼ ਨਹੀਂ ਹੋਣਾ, ਪਹਿਲੀ ਚੀਜ਼ ਆਪਾਂ a1 a2 b1 b2 c1 c2 ਲਿਖ ਲੈਣੇ ਆ। ਚਲੋ a1 ਕੀ ਸੀ ਆਪਣੇ ਤੋਂ, a1 will be 5, ਠੀਕ ਹੈ, ਆ ਵਾਲਾ, b1 ਆਪਣੇ ਤੋਂ ਕਿੰਨਾ ਹੋਊਗਾ -4 ਐਂਡ c1 ਕਿੰਨਾ ਆਊਗਾ 8, ਠੀਕ ਹੈ, ਇੱਦਾਂ ਹੀ a2 ਕਿੰਨਾ ਆਊਗਾ 7, ਆ ਵਾਲਾ b2 ਕਿੰਨਾ ਆਊਗਾ 6, b2 that will be 6 ਤੇ c2 ਆਪਣੇ ਤੋਂ ਆਊਗਾ -9। ਓਕੇ, ਹੁਣ ਆਪਾਂ ਫਾਈਂਡ ਆਊਟ ਕਰਨਾ a1/a2 b1/b2, ਨਹੀਂ ਇਕੱਲਾ ਕਰ ਲੈਂਦੇ, ਇੱਦਾਂ ਥੋੜਾ ਪ੍ਰੋਬਲਮ ਕਰੂਗਾ। ਚਲੋ a1/a2 that is your 5/7, ਠੀਕ ਹੈ, b1/b2 ਦੇਖ ਲੈਂਦੇ ਕਿੰਨਾ ਆਊਗਾ, that will be -4/6 ਤੇ c1/c2 ਕਿੰਨਾ ਆਊਗਾ ਆਪਣੇ ਤੋਂ 8/9। ਇਹ ਤਿੰਨੇ ਹੀ ਆਪਣੇ ਤੋਂ ਇਕੁਅਲ ਨਹੀਂ ਹੁੰਦੇ ਪਏ, ਦੇਖ ਸਕਦੇ ਆਪਾਂ, ਨਾ ਹੀ ਇਹ ਦੋਨੇ ਇਕੁਅਲ ਹੈ, a1/a2 ਨਾ b1/b2 ਵੀ ਨਹੀਂ ਇਕੁਅਲ, c1/c2 ਵੀ ਨਹੀਂ ਇਕੁਅਲ। ਇਹ ਵਾਲਾ ਕਿਹੜਾ ਕੇਸ ਸੀ, ਇਹ ਆਪਣਾ ਤੋਂ ਫਸਟ ਵਾਲਾ ਕੇਸ ਸੀ, that was your ਜਿਹਦੇ ਵਿੱਚ a1/a2 b1/b2 ਅਨਇਕੁਅਲ ਹੋ ਗਏ ਸੀ, ਇਹ ਇੰਟਰਸੈਕਟਿੰਗ ਲਾਈਨਸ ਵਾਲਾ ਕੇਸ ਸੀ, ਠੀਕ ਹੈ। ਸੋ a1/a2 is not equals to b1/b2 in this case lines intersect at a point and pair of linear equation has one solution, ਠੀਕ ਹੈ। ਇਹਨੂੰ ਹੀ ਤੁਸੀਂ ਆਹੀ ਲਾਈਨ ਨੂੰ ਘੁਮਾ ਕੇ ਲਿਖੀ ਜਾਣਾ, ਠੀਕ ਹੈ। ਹੁਣ ਕੇਸ ਕਿਹੜਾ ਸੀ, ਇਨ ਦਿਸ ਕੇਸ ਲੀਨੀਅਰ ਲਾਈਨਸ ਇੰਟਰਸੈਕਟ ਐਟ ਆ ਪੁਆਇੰਟ, ਠੀਕ ਹੈ, ਜਿਹੜੀਆਂ ਲਾਈਨਸ ਦਿੱਤੀਆਂ ਗਈਆਂ ਸੋ ਇੱਕ ਪੁਆਇੰਟ 'ਤੇ ਇੰਟਰਸੈਕਟ ਕਰਦੀਆਂ, ਕਿਉਂਕਿ ਇਹਨੂੰ ਕੰਡੀਸ਼ਨ ਨੂੰ ਦੇਖ ਕੇ ਆਪਾਂ ਦੇਖ ਸਕਦੇ ਹਾਂ, ਅਤੇ ਜਿਹੜੀਆਂ ਪੇਅਰ ਆਫ ਲੀਨੀਅਰ ਇਕੁਏਸ਼ਨ ਦਾ ਇੱਕ ਹੀ ਸੋਲਿਊਸ਼ਨ ਆਊਗਾ। ਇੱਦਾਂ ਹੀ ਅਗਰ ਆਪਣੇ ਤੋਂ ਇੱਦਾਂ ਆ ਜਾਂਦਾ ਕਿ ਇਨ ਦਿਸ ਕੇਸ ਲਾਈਨਸ ਕੋਇਨਸੀਡੈਂਟ ਐਟ ਆ ਪੁਆਇੰਟ, ਠੀਕ ਹੈ, ਜਾਂ ਆਪਾਂ ਕੋਇਨਸੀਡੈਂਟ ਐਟ ਆ ਪੁਆਇੰਟ ਲਿਖਣ ਦੀ ਲੋੜ ਹੀ ਨਹੀਂ, ਲਾਈਨਸ ਕੋਇਨਸੀਡੈਂਟ ਐਂਡ ਪੇਅਰ ਆਫ ਲਾਈਨ ਹੈਜ਼ ਆ ਯੂਨੀਕ ਮੈਨੀ ਸੋਲਿਊਸ਼ਨ, ਠੀਕ ਹੈ, ਉਹਨਾਂ ਤੋਂ ਬਹੁਤ ਸਾਰੇ ਸੋਲਿਊਸ਼ਨ ਸੀ। ਇੱਦਾਂ ਹੀ ਅਗਰ ਥਰਡ ਕੇਸ ਆ ਜਾਵੇ ਹੋਰ ਕੋਈ, ਇਨ ਦਿਸ ਕੇਸ ਲਾਈਨਸ
ਆਰ ਪੈਰਲਲ ਟੂ ਈਚ ਅਦਰ ਐਂਡ ਪੇਅਰ ਆਫ ਲਾਈਨਸ ਹੈਜ਼ ਅ ਨੋ ਸੋਲਿਊਸ਼ਨ। ਠੀਕ ਹੈ, ਇੱਦਾਂ ਚੇਂਜ ਕਰਕੇ ਤੁਸੀਂ ਲਿਖ ਲੈਣਾ ਹੈ ਉਹਨੂੰ। ਓਕੇ, ਸਮਝ ਹੋਪ ਸੋ ਤੁਹਾਨੂੰ ਸਮਝ ਆ ਚੁੱਕਾ ਹੋਊਗਾ, ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਠੀਕ ਹੈ, ਇੱਕ ਕੁਐਸਚਨ ਕਰ ਲਿਆ, ਸੈਕਿੰਡ ਐਂਡ ਥਰਡ ਖੁਦ ਕਰਨਾ। ਔਨ ਕੰਪੇਅਰਿੰਗ ਦੀ ਰੇਸ਼ੋਜ਼ A1/A2 B1/B2 C1/C2। ਠੀਕ ਹੈ, ਅਗੇਨ ਉਹੀ ਚੀਜ਼ ਕਰਨੀ ਹੈ ਆਪਾਂ। ਇਹਦੇ ਵਿੱਚ ਕੀ ਕਰਨਾ, ਉੱਪਰ ਵਾਲੀ ਦੇ ਵਿੱਚ ਆਪਾਂ ਨੂੰ ਕਿਹਾ ਸੀ ਕਿ ਆਪਾਂ ਇੰਟਰਸੈਕਟ ਐਟ ਅ ਪੁਆਇੰਟ ਦੱਸਣਾ, ਪੈਰਲਲ ਦੱਸਣਾ, ਕੋਇਨਸੀਡੈਂਟ ਦੱਸਣਾ, ਪਰ ਇਹਦੇ ਵਿੱਚ ਕਿਹਾ ਕੰਸਿਸਟੈਂਟ ਐਂਡ ਨੋਨ ਇਨਕਨਸਿਸਟੈਂਟ ਦੱਸਣਾ। ਬਸ ਦੋ ਚੀਜ਼ਾਂ ਦੱਸਣੀਆਂ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕੰਸਿਸਟੈਂਟ ਕਿਹੜੀ ਹੁੰਦੀ ਹੈ, ਜਦੋਂ ਆਪਣੇ ਤੋਂ ਇੰਟਰਸੈਕਟ ਐਟ ਅ ਪੁਆਇੰਟ ਆ ਗਿਆ ਤੇ ਕੋਇਨਸੀਡੈਂਟ ਆ ਗਿਆ। ਠੀਕ ਹੈ, ਜਦੋਂ ਆਪਣੇ ਤੋਂ ਇੰਟਰਸੈਕਟ ਐਟ ਅ ਪੁਆਇੰਟ ਆ ਗਿਆ ਤੇ ਕੋਇਨਸੀਡੈਂਟ ਆ ਗਏ, ਉਦੋਂ ਚੀਜ਼ ਕੰਸਿਸਟੈਂਟ ਹੈ। ਮਤਲਬ ਜਦੋਂ ਚੀਜ਼ ਇੱਕ ਦੋ ਇਕੁਏਸ਼ਨਸ ਆਪਾਂ ਨੂੰ ਦਿੱਤੀਆਂ ਗਈਆਂ, ਦੋ ਜਿਹੜੀਆਂ ਪੇਅਰ ਆਫ ਲੀਨੀਅਰ ਇਕੁਏਸ਼ਨ ਦਿੱਤੇ ਗਏ ਤਾਂ ਸੋਲਿਊਸ਼ਨ ਆ ਗਿਆ, ਉਦੋਂ ਆਪਾਂ ਕੰਸਿਸਟੈਂਟ ਕਹਾਂਗੇ। ਜਦੋਂ ਆਪਣੇ ਤੋਂ ਪੈਰਲਲ ਆ ਗਿਆ, ਇਹ ਚੀਜ਼ ਪੈਰਲਲ ਪ੍ਰੂਵ ਹੁੰਦੀ ਪਈ ਹੈ, ਉਦੋਂ ਆਪਾਂ ਨੂੰ ਇਨਕਨਸਿਸਟੈਂਟ ਕਹਾਂਗੇ। ਹੋਪ ਸੋ ਤੁਹਾਨੂੰ ਇਹ ਸਮਝ ਆ ਚੁੱਕਾ ਹੋਊਗਾ ਤੇ ਲੈਕਚਰ ਕਾਫੀ ਲੰਬਾ ਜਾ ਚੁੱਕਾ। ਇਨ ਕੇਸ ਕੰਸਿਸਟੈਂਟ ਐਂਡ ਇਨਕਨਸਿਸਟੈਂਟ ਦੇ ਵਿੱਚ ਥੋੜ੍ਹੀ ਬਹੁਤ ਵੀ ਪ੍ਰੋਬਲਮ ਆਊਗੀ ਜਾਂ ਕੁਛ ਵੀ ਤੁਹਾਨੂੰ ਕਿਸੇ ਵੀ ਪੁਆਇੰਟ 'ਤੇ ਅਗਰ ਸਮਝ ਨਹੀਂ ਹੁੰਦਾ, ਤੁਸੀਂ ਜਸਟ ਮੈਨੂੰ ਮੈਸੇਜ ਕਰ ਦੇਣਾ। ਠੀਕ ਹੈ, ਮੈਂ ਉਦੋਂ ਹੀ ਤੁਹਾਨੂੰ ਜਿੱਦਾਂ ਵੀ ਹੋ ਸਕਿਆ ਮੈਂ ਉਹਨੂੰ ਚੀਜ਼ ਨੂੰ ਸਮਝਾ ਦੂੰਗਾ। ਓਕੇ, ਥੈਂਕ ਯੂ।